ਅਜਨਾਲਾ 'ਚ ਵੱਡਾ ਸੜਕ ਹਾਦਸਾ। ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰਾਂ ਨੂੰ ਦਰੜਿਆ। ਹਾਦਸੇ ਦੇ ਵਿੱਚ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ। ਫਰੀਦਕੋਟ ਜੇਲ੍ਹ 'ਚ ਰਚੀ ਗਈ ਸੀ ਡੇਰਾ ਪ੍ਰੇਮੀ ਦੇ ਕਤਲ ਦੀ ਸਾਜ਼ਿਸ਼। ਜੇਲ੍ਹ 'ਚ ਬੰਦ ਗੈਂਗਸਟਰ ਹਰਜਿੰਦਰ ਰਾਜੂ ਨੇ ਗੋਲਡੀ ਨੂੰ ਮੁਹੱਈਆ ਕਰਵਾਏ ਸੀ ਸ਼ੂਟਰ। ਦੋਹਾਂ ਵਿਚਾਲੇ ਫੋਨ ਤੇ ਕਈ ਵਾਰ ਹੋਈ ਗੱਲ। FIR ਦੇ ਵਿੱਚ ਗੋਲਡੀ ਬਰਾੜ ਤੇ ਰਾਜੂ ਸਣੇ 4 ਨਾਮਜ਼ਦ। ਸੂਰੀ ਕਤਲकांड 'ਚ ਗੋਪਾਲ ਮੰਦਿਰ ਕਮੇਟੀ ਦੇ ਸਾਬਕਾ ਮੈਂਬਰ ਵੀ ਜਾਂਚ ਦੇ ਘੇਰੇ 'ਚ। ਪੁਲਿਸ ਨੇ 4 ਸਾਬਕਾ ਮੈਂਬਰਾਂ ਤੋਂ ਕੀਤੀ ਪੁੱਛਗਿੱਛ। ਸੰਦੀਪ ਤੋਂ ਇਲਾਵਾ ਹੋਰ ਲੋਕਾਂ ਦੇ ਸ਼ਾਮਲ ਹੋਣ ਦਾ ਸ਼ੱਕ। ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਗੈਂਗਸਟਰ ਮਨਦੀਪ ਤੂਫਾਨ ਤੇ ਮਨੀ ਰਈਆ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈ ਪੁਲਿਸ। ਲੁਧਿਆਣਾ ਕੋਰਟ ਤੋਂ ਮਿਲਿਆ 5 ਦਿਨ ਦਾ ਰਿਮਾਂਡ। ਦੋਵਾਂ ਨੇ ਮੂਸੇਵਾਲਾ ਦੇ ਘਰ ਦੀ ਕੀਤੀ ਸੀ ਰੈਕੀ। ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਸਰਕਾਰ ਤੇ ਵੱਡਾ ਵਾਰ। ਕਿਹਾ ਪੰਜਾਬ 'ਚ ਗੈਂਗਸਟਰ ਚਲਾ ਰਹੇ ਨੇ ਸਰਕਾਰ। 4 ਸਾਲ 'ਚ ਅਫਗਾਨਿਸਤਾਨ ਬਣ ਜਾਏਗਾ ਪੰਜਾਬ। ਆਮ ਆਦਮੀ ਪਾਰਟੀ ਦਾ ਜਵਾਬ, ਪੰਜਾਬ 'ਚ ਦਰੁਸਤ ਹੈ ਕਾਨੂੰਨ ਵਿਵਸਥਾ। ਪੰਜਾਬ ਦੇ ਵਿੱਚ ਪਰਾਲੀ ਸੜਨ ਦੀ ਕੇਜਰੀਵਾਲ ਨੇ ਲਈ ਜ਼ਿੰਮੇਵਾਰੀ। ਕਿਹਾ ਕਿਸਾਨਾਂ ਦਾ ਨਹੀਂ ਕੋਈ ਕਸੂਰ। ਪੰਜਾਬ 'ਚ ਪਰਾਲੀ ਸਾੜੇ ਜਾਣ ਲਈ ਸਾਡੀ ਸਰਕਾਰ ਜ਼ਿੰਮੇਵਾਰ। ਰੋਕਥਾਮ ਲਈ ਮੰਗਿਆ 1 ਹੋਰ ਸਾਲ ਦਾ ਸਮਾਂ। ਦਿੱਲੀ ਦੀ ਹਵਾ 'ਚ ਨਹੀਂ ਆਇਆ ਕੋਈ ਸੁਧਾਰ। ਅਜੇ ਵੀ 300 ਦੇ ਪਾਰ AQI। ਪੰਜਾਬ ਦੀ ਹਵਾ ਵੀ ਖਰਾਬ। ਅੱਜ ਪੰਜਾਬ ਭਰ 'ਚ ਰੋਡਵੇਜ਼ ਦੇ ਕੱਚੇ ਮੁਲਾਜ਼ਮ ਕਰ ਰਹੇ ਪ੍ਰਦਰਸ਼ਨ। ਸੂਬੇ ਭਰ ਦੇ 27 ਡਿਪੂਆਂ 'ਚ ਬੱਸ ਸੇਵਾ ਠੱਪ ਕਰਨ ਦਾ ਐਲਾਨ। ਹੜਤਾਲ ਤੇ ਪਨਬਸ ਦਾ ਬਿਆਨ। ਕਿਹਾ ਕੰਡਕਟਰ ਨੂੰ ਨੌਕਰੀ ਤੋਂ ਕੱਢਣ ਦੀ ਗੱਲ ਝੂਠ। ਫਿਰੋਜ਼ਪੁਰ 'ਚ ਵਿਜੀਲੈਂਸ ਦਾ ਐਕਸ਼ਨ। ਥਾਣਾ ਕੁਲਗੜੀ ਦੇ SHO ਰੁਪਿੰਦਰਪਾਲ ਨੂੰ ਕੀਤਾ ਗ੍ਰਿਫਤਾਰ। ਐਂਟੀ ਕਰਪਸ਼ਨ ਹੈਲਪਲਾਈਨ ਤੇ ਮਿਲੀ ਸੀ ਸ਼ਿਕਾਇਤ। ਬਾਬਰ ਜਾਂ ਬਟਲਰ ਕੌਣ ਰਚੇਗਾ ਇਤਿਹਾਸ। ਅੱਜ T20 ਵਿਸ਼ਵ ਕੱਪ ਦਾ ਫਾਈਨਲ। ਮੈਲਬਰਨ ਦੇ ਵਿੱਚ ਇੰਗਲੈਂਡ ਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਏਗਾ ਫਾਈਨਲ ਮੈਚ। ਦੁਪਹਿਰ 1:30 ਵਜੇ ਸ਼ੁਰੂ ਹੋਏਗਾ ਮਹਾ ਮੁਕਾਬਲਾ। सत श्री अकाल, मैं अर्शदीप संधू न्यूज़ 18 पंजाब देख रहे दर्शकों का स्वागत है। शुरुआत करते हैं डेरा प्रेमी कतलकांड नाल जुड़ी वड्डी खबर तो। यह साजिश फरीदकोट जेल दे विच रची गई सी। यह वड्डी खबर है। इस मामले दे नाल जुड़ी हुई गैंगस्टर हरजिंदर राजू ने गोल्डी बराड़ दे नाल मिलके साजिश रची सी। फरीदकोट जेल दे विच हरजिंदर राजू बंद है। जेलों दे विचों साजिशां रचियां जा रही ने। एक बार फिर तो इस मामले दे नाल जुड़ी यह वड्डी खबर है। जेल दे विचों साजिश तैयार की गई है। हरजिंदर राजू गैंगस्टर हरजिंदर राजू ने गोल्डी बराड़ नाल मिलके साजिश रची है। फरीदकोट जेल दे विच राजू बंद है। राजू ने ही गोल्डी नूं शूटर मुहैया करवाए सी। फरीदकोट दे 2 शूटर भुपिंदर ते मनी दे नाल गल करवाई सी गोल्डी बराड़ दी। गोल्डी बराड़ दा गैंगस्टर राजू बेहद करीबी है। मोगा दे रहण वाले राजू ते कई मामले इस तो पहला भी दर्ज ने। भुपिंदर ते मनप्रीत मनी ने ही डेरा प्रेमी दी रैकी कीती सी। जेडे शूटर ने उन्हां ने ही रैकी कीती सी। गैंगस्टर गोल्डी बराड़, हरजिंदर राजू, शूटर भुपिंदर ते मनी नामजद कीते गए ने। दस दईए कि फरीदकोट जेल दे विच शूटर मनप्रीत मनी दा जीजा भोला सिंह खालसा भी बंद है। पुलिस सूत्रां दे मुताबिक मनप्रीत ते भुपिंदर दा हरजिंदर नाल उसे ने संपर्क करवाया सी, जिस तो बाद शूटरां दी गोल्डी बराड़ नाल गल करवाई गई। फरीदकोट जेल की सुरक्षा ਨੂੰ ਲੈ ਕੇ ਵੀ ਲਗਾਤਾਰ ਸਵਾਲ ਉੱਠਦੇ ਰਹੇ ਨੇ। ਜੇਲ੍ਹ ਤੇ ਕਈ ਵਾਰ ਵੱਡੀ ਗਿਣਤੀ ਦੇ ਵਿੱਚ ਮੋਬਾਈਲ ਵੀ ਬਰਾਮਦ ਹੋਏ ਨੇ। ਤਾਂ ਇੱਕ ਵਾਰ ਫਿਰ ਤੋਂ ਜੇਲ੍ਹਾਂ ਦਾ ਕਨੈਕਸ਼ਨ ਇਸ ਮਾਮਲੇ ਦੇ ਵਿੱਚ ਵੀ ਸਾਹਮਣੇ ਆ ਰਿਹਾ ਹੈ। ਡੇਰਾ ਪ੍ਰੇਮੀ ਕਤਲकांड ਮਾਮਲੇ ਨਾਲ ਜੁੜੀ ਇਹ ਵੱਡੀ ਖਬਰ ਹੈ। ਜੇਲ੍ਹ ਦੇ ਵਿੱਚੋਂ ਸਾਜ਼ਿਸ਼ ਰਚੀ ਗਈ ਹੈ। ਜੇਲ੍ਹ 'ਚ ਬੰਦ ਗੈਂਗਸਟਰ ਨੇ ਗੋਲਡੀ ਬਰਾੜ ਨਾਲ ਸ਼ੂਟਰਾਂ ਦਾ ਸੰਪਰਕ ਕਰਾਇਆ ਹੈ। ਵੱਡੀ ਖਬਰ ਇਸ ਮਾਮਲੇ ਦੇ ਉੱਤੇ गैंगस्टर हरजिंदर राजू ने गोल्डी बराड़ नाल गलबात कीती है ते उसनू शूटर मुहैया करवाए ने। जेल दे विच किवें मर्डर प्लान बनिया है। गोल्डी बराड़ इस कतलकांड दे पिछे है। गोल्डी बराड़ दे वल्लों ये कतल करवाया गया, जो हुण तक मास्टरमाइंड बनिया गया है। गैंगस्टर हरजिंदर राजू जो कि फरीदकोट जेल च बंद है, उसदे नाल संपर्क हुंदा है गोल्डी बराड़ दा। ते हरजिंदर राजू 2 शूटर गोल्डी बराड़ नू इस कतलकांड दे लई मुहैया करवाउंदा है। शूटर भुपिंदर ते मनी गैंगस्टर हरजिंदर राजू ने मुहैया करवाए, जिन्हां ने डेरा प्रेमी दी रैकी भी कीती है। इस मामले दे विच उन्हां दे वल्लों ही रैकी कीती गई है। ते फिर 6 शूटर इस कतल दी वारदात नूं अंजाम दिंदे ने। भुपिंदर ते मनी 2 शूटर गैंगस्टर हरजिंदर राजू ने गोल्डी बराड़ नूं मुहैया करवाए।
FIR ਦੇ ਵਿੱਚ ਹੁਣ ਇਹਨਾਂ 4 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਮਾਸਟਰਮਾਈਂਡ ਗੋਲਡੀ ਬਰਾੜ ਨੂੰ ਮੰਨਿਆ ਗਿਆ ਹੈ। ਗੋਲਡੀ ਬਰਾੜ ਇਸ ਕਤਲकांड ਦਾ ਮਾਸਟਰਮਾਈਂਡ ਮੰਨਿਆ ਗਿਆ ਹੈ। ਗੈਂਗਸਟਰ ਹਰਜਿੰਦਰ ਰਾਜੂ ਜੋ ਕਿ ਫਰੀਦਕੋਟ ਜੇਲ੍ਹ 'ਚ ਬੰਦ ਹੈ ਤੇ ਹੁਣ ਜੋ ਖਬਰਾਂ ਮਿਲ ਰਹੀਆਂ ਨੇ ਕਿ ਜੇਲ੍ਹ ਦੇ ਵਿੱਚੋਂ ਇਸਨੇ ਗੋਲਡੀ ਬਰਾੜ ਨਾਲ ਫੋਨ ਤੇ ਕਈ ਵਾਰ ਗੱਲ ਕੀਤੀ, ਉਸਨੂੰ ਸ਼ੂਟਰ ਮੁਹੱਈਆ ਕਰਵਾਏ ਨੇ। ਇਸ ਕਤਲकांड ਦੇ ਲਈ ਸ਼ੂਟਰ ਮੁਹੱਈਆ ਕਰਵਾਏ। ਸ਼ੂਟਰ ਭੁਪਿੰਦਰ ਉਰਫ ਗੋਲਡੀ ਮੁਹੱਈਆ ਕਰਵਾਇਆ ਹਰਜਿੰਦਰ ਰਾਜੂ ਨੇ ਇਸ ਕਤਲकांड ਦੀ ਵਾਰਦਾਤ ਦੇ ਲਈ, ਜਿਸਨੇ ਰੈਕੀ ਕੀਤੀ ਸੀ ਡੇਰਾ ਪ੍ਰੇਮੀ ਦੀ। ਤੇ ਸ਼ੂਟਰ ਮਨਪ੍ਰੀਤ ਉਰਫ ਮਨੀ, ਭੁਪਿੰਦਰ ਤੇ ਮਨੀ ਇਹ ਦੋਵੇਂ ਸ਼ੂਟਰ ਜੇਲ੍ਹ ਦੇ ਵਿੱਚੋਂ ਮੁਹੱਈਆ ਕਰਵਾਏ ਗਏ ਨੇ। 4 ਨੂੰ ਨਾਮਜ਼ਦ ਕੀਤਾ ਗਿਆ ਹੈ। ਜੇਲ੍ਹ ਦੇ ਵਿੱਚ ਬੈਠੇ ਗੈਂਗਸਟਰ ਹਰਜਿੰਦਰ ਰਾਜੂ ਨੇ 2 ਸ਼ੂਟਰ ਮੁਹੱਈਆ ਕਰਵਾਏ ਗੋਲਡੀ ਬਰਾੜ ਨੂੰ। ਤਾਂ ਡੇਰਾ ਪ੍ਰੇਮੀ ਕਤਲकांड ਨਾਲ ਜੁੜੀ ਇਹ ਵੱਡੀ ਖਬਰ ਹੈ ਕਿ ਜੇਲ੍ਹਾਂ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਸਾਜ਼ਿਸ਼ਾਂ ਹੋ ਰਹੀਆਂ ਨੇ। ਇੱਕ ਵਾਰ ਫਿਰ ਤੋਂ ਜੇਲ੍ਹਾਂ ਦਾ ਕਨੈਕਸ਼ਨ ਇਸ ਮਾਮਲੇ ਦੇ ਵਿੱਚ ਸਾਹਮਣੇ ਆ ਰਿਹਾ ਹੈ। ਡੇਰਾ ਪ੍ਰੇਮੀ ਦਾ ਕਤਲ ਹੋਇਆ, 6 ਸ਼ੂਟਰ ਸੀ, ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਇਹ ਖੁਲਾਸੇ ਇਸ ਮਾਮਲੇ ਦੇ ਵਿੱਚ ਹੋ ਰਹੇ ਨੇ। ਮਾਸਟਰਮਾਈਂਡ ਕੌਣ ਹੈ? ਗੈਂਗਸਟਰ ਗੋਲਡੀ ਬਰਾੜ ਜੋ ਕਿ ਇਸ ਵੇਲੇ ਵਿਦੇਸ਼ ਦੇ ਵਿੱਚ ਹੈ ਤੇ ਉਸ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਉਹ ਮਾਸਟਰਮਾਈਂਡ ਮੰਨਿਆ ਗਿਆ ਹੈ। ਸਾਜ਼ਿਸ਼ ਦਾ ਸੈਂਟਰ ਕੀ ਹੈ? ਫਰੀਦਕੋਟ ਜੇਲ੍ਹ। ਜੋ ਖਬਰਾਂ ਮਿਲ ਰਹੀਆਂ ਨੇ ਪੁਲਿਸ ਸੂਤਰਾਂ ਦੇ ਮੁਤਾਬਕ, ਜੇਲ੍ਹਾਂ ਦੇ ਉੱਤੇ ਫਿਰ ਤੋਂ ਵੱਡੇ ਸਵਾਲ ਖੜੇ ਹੋ ਰਹੇ ਨੇ। ਫਰੀਦਕੋਟ ਜੇਲ੍ਹ ਦੀ ਸੁਰੱਖਿਆ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੋਏ ਨੇ। ਬਹੁਤ ਵਾਰ ਇਸ ਜੇਲ੍ਹ ਚੋਂ ਮੋਬਾਈਲ ਫੋਨ ਬਰਾਮਦ ਹੋਏ ਨੇ, ਲਗਾਤਾਰ ਮੋਬਾਈਲ ਫੋਨ ਬਰਾਮਦ ਹੋ ਰਹੇ ਨੇ। ਇਸ ਜੇਲ੍ਹ ਦੇ ਵਿੱਚੋਂ ਪਹਿਲਾਂ ਵੀ ਫੋਨ ਤੋਂ ਵੀਡੀਓਜ਼ ਗੈਂਗਸਟਰ ਅਪਲੋਡ ਕਰਦੇ ਜਾਂ ਤਸਵੀਰਾਂ ਅਪਲੋਡ ਕਰਦੇ, ਅਜਿਹੀਆਂ ਖਬਰਾਂ ਮਿਲ ਚੁੱਕੀਆਂ ਨੇ, ਮਾਮਲੇ ਵੀ ਦਰਜ ਹੋਏ ਨੇ। ਤਾਂ ਸਾਜ਼ਿਸ਼ ਦਾ ਕੇਂਦਰ ਬਣੀ ਹੈ ਫਰੀਦਕੋਟ ਜੇਲ੍ਹ, ਜਿਸ ਦੇ ਵਿੱਚ ਬੰਦ ਗੈਂਗਸਟਰ ਨੇ ਗੋਲਡੀ ਬਰਾੜ ਦੇ ਨਾਲ ਲਗਾਤਾਰ ਫੋਨ ਤੇ ਗੱਲਬਾਤ ਕੀਤੀ ਹੈ ਤੇ ਉਸ ਨੂੰ ਸ਼ੂਟਰ ਮੁਹੱਈਆ ਕਰਵਾਏ ਨੇ। ਭੁਪਿੰਦਰ ਤੇ ਮਨੀ 2 ਸ਼ੂਟਰ ਮੁਹੱਈਆ ਕਰਵਾਏ ਨੇ, ਜਿਨ੍ਹਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਸ ਤੋਂ ਪਹਿਲਾਂ ਰੈਕੀ ਕੀਤੀ ਗਈ, ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਘਟਨਾ ਵਾਪਰੀ ਸੀ ਉਸ ਤੋਂ ਇਹ ਚੀਜ਼ਾਂ ਸਾਫ਼ ਹੁੰਦੀਆਂ ਨੇ ਕਿ ਇਸ ਚੀਜ਼ ਤੇ ਨਜ਼ਰ ਰੱਖੀ ਗਈ ਕਿ ਕਦੋਂ ਡੇਰਾ ਪ੍ਰੇਮੀ ਪ੍ਰਦੀਪ ਆਪਣੀ ਦੁਕਾਨ ਤੇ, ਆਪਣੀ ਡੇਅਰੀ ਤੇ ਜਾਂਦਾ ਹੈ। ਇਸ ਤੇ ਨਜ਼ਰ ਰੱਖੀ ਗਈ ਹੈ। ਤਾਂ ਸਾਜ਼ਿਸ਼ ਦਾ ਕੇਂਦਰ ਬਣੀ ਹੈ ਫਰੀਦਕੋਟ ਜੇਲ੍ਹ। ਇੱਕ ਵਾਰ ਫਿਰ ਤੋਂ ਜੇਲ੍ਹਾਂ ਦੀ ਸੁਰੱਖਿਆ ਤੇ ਉੱਤੇ ਸਵਾਲ ਉੱਠ ਰਹੇ ਨੇ। ਗੋਲਡੀ ਬਰਾੜ ਦਾ ਕਨੈਕਸ਼ਨ ਹਰਜਿੰਦਰ ਰਾਜੂ ਦੇ ਨਾਲ ਸਾਹਮਣੇ ਆ ਰਿਹਾ ਹੈ। ਮਨੋਜ ਰਾਠੀ ਸਾਡੇ ਸਹਿਯੋਗੀ ਲਾਈਵ ਜੁੜ ਚੁੱਕੇ ਨੇ। ਮਨੋਜ, ਕਿਵੇਂ ਦੇਖਿਆ ਜਾਵੇ ਇਹਨਾਂ ਚੀਜ਼ਾਂ ਨੂੰ ਕਿ ਜੇਲ੍ਹਾਂ ਦਾ ਕਨੈਕਸ਼ਨ ਇੱਕ ਵਾਰ ਫਿਰ ਤੋਂ ਸਾਹਮਣੇ ਆ ਰਿਹਾ ਇਸ ਮਾਮਲੇ ਦੇ ਵਿੱਚ? ਹੋਰ ਕੀ ਕੁਝ ਜਾਣਕਾਰੀ ਤੁਹਾਡੇ ਕੋਲ? ਬਿਲਕੁਲ ਅਸ਼ਦੀਪ, ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਜੇਲ੍ਹਾਂ ਦਾ ਲਗਾਤਾਰ ਕਨੈਕਸ਼ਨ ਸਾਹਮਣੇ ਆ ਰਿਹਾ ਹੈ। ਇਹ ਪਹਿਲੀ ਵਾਰ ਨਹੀਂ ਹੈ। ਜੇ ਆਪਾਂ ਥੋੜਾ ਜਿਹਾ ਪਿੱਛੇ ਜਾਈਏ, ਸਿੱਧੂ ਮੂਸੇਵਾਲੇ ਦਾ ਮਰਡਰ ਦੀ ਅਸੀਂ ਗੱਲ ਕਰ ਲਈਏ, ਦੀਪਕ ਟੀਨੂ ਦੀ ਫਰਾਰੀ ਦੀ ਗੱਲ ਕਰ ਲਈਏ। ਸਿੱਧੂ ਮੂਸੇਵਾਲੇ ਦਾ ਜਦ ਮਰਡਰ ਹੋਇਆ ਸੀਗਾ ਉਸ ਵੇਲੇ ਵੀ ਜਦ ਇਨਵੈਸਟੀਗੇਸ਼ਨ ਹੋਈ ਤੇ ਸਾਹਮਣੇ ਆਇਆ ਸੀਗਾ ਕਿ ਜੇਲ੍ਹ 'ਚ ਬੈਠੇ ਸਿਰਾਜ, ਮਿੰਟੂ, ਮਨਪ੍ਰੀਤ ਮੰਨਾ ਨੇ ਗੱਡੀਆਂ ਮੁਹੱਈਆ ਕਰਾਈ ਸੀ। ਮਨਪ੍ਰੀਤ ਭਾਊ ਨੂੰ ਕਿਹਾ ਸੀਗਾ ਕਿ ਗੱਡੀਆਂ ਮੁਹੱਈਆ ਕਰਾਣੀ ਹੈ। ਉਸ ਵੇਲੇ ਵੀ ਜਿਸ ਤਰ੍ਹਾਂ ਇਹ ਹਾਈ ਪ੍ਰੋਫਾਈਲ ਮਰਡਰ ਹੋਇਆ ਸੀਗਾ, ਉਸ ਤੋਂ ਬਾਅਦ ਜਦ ਦੀਪਕ ਟੀਨੂ ਫਰਾਰ ਹੁੰਦਾ ਹੈ ਉਹਦੇ ਵਿੱਚ ਵੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਸੀਗਾ ਕਿ ਗੋਇੰਦਵਾਲ ਜੇਲ੍ਹ 'ਚ ਸਾਰੀ ਸਾਜ਼ਿਸ਼ ਰਚੀ ਗਈ ਕਿ ਕਿਸ ਤਰ੍ਹਾਂ ਭੱਜਣਾ ਹੈ, ਕਿਸ ਤਰ੍ਹਾਂ ਫਰਾਰ ਹੋਣਾ ਹੈ। ਤੇ ਇੱਕ ਵਾਰ ਫਿਰ ਫਰੀਦਕੋਟ ਜੇਲ੍ਹ ਹੁਣ ਵਿਵਾਦਾਂ 'ਚ ਹੈ। ਜਿਹੜੇ ਸੋਰਸਿਸ ਦੱਸ ਰਹੇ ਨੇ ਕਿ ਹੁਣ ਜਿਹੜੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਹੈ ਕਿ ਹਰਜਿੰਦਰ ਰਾਜੂ ਦੀ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਉਹ ਵੀ ਕਾਫੀ ਸ਼ਾਤਿਰ ਅਪਰਾਧੀ ਹੈ ਤੇ ਜੇਲ੍ਹ 'ਚ ਬੰਦ ਹੈ। ਕਈ ਮਾਮਲੇ ਦਰਜ ਨੇ ਤੇ ਉਹ ਕਾਫੀ ਗੋਲਡੀ ਬਰਾੜ ਦੇ ਸੰਪਰਕ ਸੀਗਾ, ਲਗਾਤਾਰ ਫੋਨ ਤੇ ਗੱਲਬਾਤ ਹੁੰਦੀ ਸੀ। ਜਿਹੜੀ ਇਨਵੈਸਟੀਗੇਸ਼ਨ ਜਿਹੜੇ ਸੋਰਸਿਸ ਦੱਸ ਰਹੇ ਨੇ, ਇਹਦੇ ਵਿੱਚ ਇੱਕ ਗੱਲ ਹੋਰ ਸਾਹਮਣੇ ਆਈ ਹੈ ਕਿ ਜਿਹੜੇ ਲੋਕਲ ਉੱਥੇ ਦੇ ਜਿਹੜੇ ਸ਼ੂਟਰ ਨੇ, ਜਿਹੜੇ ਵਾਰਦਾਤ ਨੂੰ ਅੰਜਾਮ ਦੇਣ ਆਏ ਸੀਗੇ, ਜਿਹੜੇ 4 ਸ਼ੂਟਰ ਹਰਿਆਣਾ ਤੋਂ ਆਏ ਸੀਗੇ, ਜਿਹਦੇ ਵਿੱਚ 3 ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਇੱਕ ਹਜੇ ਫਰਾਰ ਹੈ, ਉਹਨਾਂ ਨੂੰ ਵੀ ਸਾਰੀ ਚੀਜ਼ਾਂ ਮੁਹੱਈਆ ਕਰਾਉਣਾ, ਸਾਰੀ ਰੈਕੀ ਕਰਨਾ, ਹੋਰ ਸਾਰੀ ਚੀਜ਼ਾਂ ਦਾ ਜਿਹੜਾ ਹੈਗਾ ਪਲੈਨਿੰਗ ਕਰਨਾ, ਉਹ ਸਾਰੀ ਚੀਜ਼ਾਂ ਜਿਹੜੀ ਹੈ ਉਹ ਭੁਪਿੰਦਰ ਤੇ ਮਨੀ ਨੇ ਕੀਤੀ ਹੈ। ਭੁਪਿੰਦਰ ਤੇ ਮਨੀ ਨੂੰ ਕਿਨੇ ਮਿਲਵਾਇਆ ਸੀਗਾ? ਰਜਿੰਦਰ ਰਾਜੂ ਨੇ ਗੋਲਡੀ ਬਰਾੜ ਦੇ ਨਾਲ ਗੱਲਬਾਤ ਕਰਾਈ ਸੀ ਕਿ ਅਸੀਂ ਇੱਕ ਕੰਮ ਕਰਨਾ ਹੈ, ਇੱਕ ਵੱਡੀ ਜਿਹੜੀ ਵਾਰਦਾਤ ਨੂੰ ਅੰਜਾਮ ਦੇਣਾ ਹੈ ਤੇ ਫਰੀਦਕੋਟ 'ਚ ਇਹ ਸਾਰੀ ਵਾਰਦਾਤ ਨੂੰ ਅੰਜਾਮ ਦੇਣਾ। ਇਸ ਕਰਕੇ ਇੱਕ ਪੂਰੀ ਪਲੈਨਿੰਗ ਕੀਤੀ ਗਈ ਔਰ ਇਹ ਇਨਵੈਸਟੀਗੇਸ਼ਨ ਸਾਹਮਣੇ ਆਇਆ ਹੈ। ਜਿਹੜੇ ਪੁੱਛਗਿੱਛ ਹੋ ਰਹੀ ਹੈ, ਦਿੱਲੀ ਦੀ ਸਪੈਸ਼ਲ ਸੈੱਲ ਜਿਹੜੀ ਪੁੱਛਗਿੱਛ ਕਰ ਰਹੀ ਹੈ ਜੀਤੂ ਤੋਂ, ਜਤਿੰਦਰ ਉਫ ਜੀਤੂ ਤੋਂ ਜਿਹੜੀ ਪੁੱਛਗਿੱਛ ਹੋ ਰਹੀ ਹੈ, ਉਹਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਪੂਰੀ 2-3 ਦਿਨ ਪਹਿਲਾਂ ਪੂਰੀ ਰੈਕੀ ਹੋਈ ਹੈ। ਇੱਕ ਦਿਨ ਪਹਿਲਾਂ ਉਹਨਾਂ ਨੂੰ ਹਥਿਆਰ ਮੁਹੱਈਆ ਕਰਾਏ ਗਏ। ਹਥਿਆਰ ਕਿੰਨੇ ਦਿੱਤੇ, ਇਹ ਵੀ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ। ਲਗਾਤਾਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿਉਂਕਿ ਇਹ ਸਾਫ਼ ਤੌਰ ਤੇ ਹਜੇ ਉਹਨਾਂ ਨੂੰ ਵੀ ਕਲੀਅਰ ਨਹੀਂ ਹੈ ਕਿ ਇੱਕ ਸ਼ਖਸ ਆਇਆ ਸੀ, ਉਹਨੇ ਸਾਨੂੰ ਹਥਿਆਰ ਦਿੱਤੇ, ਇੱਕ ਦਿਨ ਪਹਿਲਾਂ ਸਾਨੂੰ ਹਥਿਆਰ ਮੁਹੱਈਆ ਕਰਾਏ ਗਏ ਔਰ ਉਸ ਤੋਂ ਬਾਅਦ ਦੂਜੇ ਦਿਨ ਅਸੀਂ ਸਵੇਰੇ ਵਾਰਦਾਤ ਨੂੰ ਅੰਜਾਮ ਦਿੱਤਾ। ਜਿਹੜਾ ਪੂਰੀ ਰੈਕੀ ਹੋਈ ਹੈ ਕਿਉਂਕਿ ਗੋਲਡੀ ਬਰਾੜ ਦੇ ਨਾਲ ਲਗਾਤਾਰ ਸੰਪਰਕ ਸੀਗਾ ਜਤਿੰਦਰ ਜੀਤੂ, ਜਿਹੜਾ ਸ਼ਾਤਿਰ ਅਪਰਾਧੀ ਹੈ, ਲਾਰੈਂਸ ਦੇ ਨਾਲ ਕੰਮ ਕਰਦਾ ਹੈ। 1.5-2 ਸਾਲ ਤੋਂ ਗੋਲਡੀ ਬਰਾੜ ਦੇ ਨਾਲ ਸੰਪਰਕ ਸੀਗਾ ਜਿਹੜਾ ਜੀਤੂ। ਇਹਨਾਂ ਨੂੰ ਜਿਹੜਾ ਲੀਡ ਕਰ ਰਿਹਾ ਸੀਗਾ ਉਹ ਜਤਿੰਦਰ ਉਫ ਜੀਤੂ ਕਰ ਰਿਹਾ ਸੀਗਾ, ਜਿਹੜਾ ਰੋਹਤਕ ਦਾ ਰਹਿਣ ਵਾਲਾ ਹੈ। ਅੰਬਾਲਾ ਦੇ ਡਬਲ ਮਰਡਰ ਮਾਮਲੇ 'ਚ ਵੀ ਇਹ ਵਾਂਟਿਡ ਹੈ ਹਰਿਆਣਾ ਪੁਲਿਸ ਦਾ।
ਇਹਦੇ ਵਿੱਚ ਜਿਹੜਾ ਜੀਤੂ ਨੇ ਹੁਣ ਪੁੱਛਗਿੱਛ 'ਚ ਦੱਸਿਆ ਹੈ ਕਿ ਕਿਸ ਤਰ੍ਹਾਂ ਦੀ ਚੀਜ਼ਾਂ ਹੋਈਆਂ, ਲੇਕਿਨ ਹੁਣ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਜਿਹੜੀ ਸਾਹਮਣੇ ਆਈ ਹੈ, ਜਿਹੜੇ ਸੋਰਸਿਸ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਇਹ ਜੇਲ੍ਹ 'ਚ ਬਹਿ ਕੇ ਸਾਜ਼ਿਸ਼ ਹੋਈ ਗਈ, ਜੇਲ੍ਹ 'ਚ ਬਹਿ ਕੇ ਕਿਸ ਤਰ੍ਹਾਂ ਰਾਜੂ ਨੇ ਗੋਲਡੀ ਬਰਾੜ ਦੇ ਨਾਲ ਸੰਪਰਕ ਸੀਗਾ, ਗੋਲਡੀ ਬਰਾੜ ਨੂੰ ਉਹਨੇ ਹੀ ਮਿਲਵਾਇਆ ਸੀਗਾ ਕਿਉਂਕਿ ਲੋਕਲ ਬੰਦੇ, ਲੋਕਲ ਜਿਹੜੇ ਸ਼ੂਟਰ ਸੀਗੇ ਉਹਨਾਂ ਨੂੰ ਸਾਰੀ ਚੀਜ਼ਾਂ ਦਾ ਭੇਦ ਸੀਗਾ ਕਿ ਕਿਸ ਤਰ੍ਹਾਂ ਆਪਾਂ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਾਂ, ਕਿੱਥੇ ਅਸੀਂ ਭੱਜ ਸਕਦੇ ਹਾਂ, ਕਿੱਥੇ ਅਸੀਂ ਸੇਫ ਰਹਿ ਸਕਦੇ ਹਾਂ, ਕਿੱਥੇ ਅਸੀਂ ਸਾਰੀ ਚੀਜ਼ਾਂ ਹੋ ਸਕਦੀ ਹੈ, ਕਿਉਂਕਿ ਲੋਕਲ ਪਰਸਨ ਸੀਗੇ ਭੁਪਿੰਦਰ ਤੇ ਮਨੀ। ਤੇ ਹੁਣ ਜਿਹੜੀ ਪੁੱਛਗਿੱਛ ਆ ਰਹੀ ਹੈ, ਜਿਹੜੇ 4 ਨਾਮਜ਼ਦ ਕੀਤੇ ਜਿਹੜੇ ਪੁਲਿਸ ਨੇ, ਉਹਦੇ ਵਿੱਚ ਇਹ ਗੱਲਾਂ ਬਹੁਤ ਸਾਰੀ ਕਲੀਅਰ ਆ ਰਹੀ ਹੈ ਕਿ ਕਿਸ ਤਰ੍ਹਾਂ ਇਹ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਹਰ ਵਾਰ ਇਹ ਜੇਲ੍ਹ ਵਿਵਾਦਾਂ 'ਚ ਕਿਉਂ ਰਹਿੰਦੀ ਹੈ। ਫਰੀਦਕੋਟ ਜੇਲ੍ਹ ਦੀ ਅਸੀਂ ਗੱਲ ਕਰ ਲਈ, ਫਰੀਦਕੋਟ ਹੀ ਨਹੀਂ ਕਈ ਜੇਲ੍ਹਾਂ ਦਾ ਅਸੀਂ ਜ਼ਿਕਰ ਕਰ ਲਈਏ, ਹਰ ਦੂਜੇ ਤੀਜੇ ਦਿਨ, ਹਰ ਤੀਜੇ ਚੌਥੇ ਦਿਨ ਜੇਲ੍ਹਾਂ 'ਚ ਕਦੇ ਮੋਬਾਈਲ ਰਿਕਵਰ ਹੋ ਰਹੇ ਹੈ, ਕਦੇ ਨਸ਼ਾ ਰਿਕਵਰ ਹੋ ਰਿਹਾ ਹੈ, ਕਈ ਚੀਜ਼ਾਂ। ਹਾਲਾਂਕਿ ਲਗਾਤਾਰ ਸਰਕਾਰ ਕਹਿੰਦੀ ਨਜ਼ਰ ਆ ਰਹੀ ਹੈ, ਦਾਅਵੇ ਕਰਦੀ ਹੈ ਕਿ ਅਸੀਂ ਸਖਤੀ ਕੀਤੀ ਹੋਈ ਹੈ, ਲਗਾਤਾਰ ਜਿਹੜੀ ਹੈ ਇਹਦੇ ਵਿੱਚ ਰਿਕਵਰੀ ਵੀ ਹੁੰਦੀ ਹੈ, ਮਾਮਲਾ ਵੀ ਦਰਜ ਹੁੰਦੇ ਹੈ, ਲੇਕਿਨ ਆਖਿਰ ਇਹ ਜਿਹੜੀ ਜੇਲ੍ਹ 'ਚ ਬਹਿ ਕੇ ਇਸ ਤਰ੍ਹਾਂ ਦੀ ਜਿਹੜੀ ਸਾਜ਼ਿਸ਼ ਰਚੀ ਜਾ ਰਹੀ ਹੈ, ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਹੁੰਦੀ ਹੈ, ਇਹਦਾ ਜ਼ਿੰਮੇਵਾਰ ਕੌਣ ਹੈ? ਜੇਲ੍ਹਾਂ 'ਚ ਬੈਠੇ ਜਿਹੜੇ ਵੱਡੇ ਗੈਂਗਸਟਰ ਨੇ, ਜੇਲ੍ਹਾਂ 'ਚ ਬੈਠੇ ਜਿਹੜੇ ਸ਼ਾਤਿਰ ਅਪਰਾਧੀ ਹੈ, ਉਹ ਇਸ ਤਰ੍ਹਾਂ ਦੀ ਪੂਰੀ ਸਾਜ਼ਿਸ਼ ਰਚਦੇ ਹੈ ਕਿ ਕਿਸ ਤਰ੍ਹਾਂ ਅਸੀਂ ਵਾਰਦਾਤ ਨੂੰ ਅੰਜਾਮ ਦੇਣਾ। ਵਿਦੇਸ਼ 'ਚ ਬੈਠਾ ਜਿਹੜਾ ਗੋਲਡੀ ਬਰਾੜ ਜਿਹਨੇ ਇਹ ਜ਼ਿੰਮੇਵਾਰੀ ਵੀ ਲਿੱਤੀ ਸੀ, ਸੇਮ ਮੋਡਸ ਆਪਰੈਂਡੀ ਤੁਸੀਂ ਵੇਖੋ ਅਰਸ਼ਦੀਪ, ਸੇਮ ਮੋਡਸ ਆਪਰੈਂਡੀ ਇਸ ਤਰ੍ਹਾਂ ਦੀ ਹੋਈ ਹੈ ਜਿਹੜੀ ਸਿੱਧੂ ਮੂਸੇਵਾਲੇ ਦੇ ਮਰਡਰ ਟਾਈਮ ਹੋਈ ਸੀਗੀ। ਸੇਮ ਰੈਕੀ ਹੋਈ ਸੀ, ਸੇਮ ਪਲੈਨਿੰਗ ਹੋਈ ਸੀ, ਸੇਮ ਜੇਲ੍ਹ 'ਚ ਬਹਿ ਕੇ ਸਾਰੀ ਚੀਜ਼ਾਂ ਮੁਹੱਈਆ ਕਰਾਉਣ ਦੀ ਗੱਲ ਕੀਤੀ ਗਈ ਸੀ। ਇਸ ਕੇਸ 'ਚ ਵੀ ਸੇਮ ਸਾਰੀ ਚੀਜ਼ਾਂ ਹੋਈਆਂ। ਹਰ ਕਿਸੇ ਬੰਦੇ ਨੂੰ ਦੂਜਾ ਕੰਮ ਦਿੱਤਾ ਹੋਇਆ ਸੀਗਾ, ਰੈਕੀ ਕਿਸਨੇ ਕਰਨੀ ਹੈ, ਚੀਜ਼ਾਂ ਕਿੰਨੇ ਮੁਹੱਈਆ ਕਰਾਣੀ ਹੈ। ਪਟਿਆਲਾ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਦਿੱਲੀ ਦੀ ਸਪੈਸ਼ਲ ਸੈੱਲ ਨੇ, ਉਹਨਾਂ ਨੇ ਵੀ ਖੁਲਾਸੇ ਕੀਤੇ ਹੈ ਕਿ ਗੋਲਡੀ ਬਰਾੜ ਦੇ ਕਹਿਣ ਤੇ ਅਸੀਂ ਲਗਾਤਾਰ ਕੰਮ ਕਰ ਰਹੇ ਸੀਗੇ। ਗੋਲਡੀ ਬਰਾੜ ਨੇ ਹੀ ਸਾਨੂੰ ਕਿਹਾ ਸੀਗਾ ਕਿ ਬਖਸ਼ੀਵਾਲਾ ਜਿਹੜਾ ਹੈਗਾ ਪਟਿਆਲਾ ਦੇ ਨਾਲ ਜਿਹੜਾ ਛੋਟਾ ਜਿਹਾ ਪਿੰਡ ਹੈ, ਤੁਸੀਂ ਉੱਥੇ ਹਜੇ ਰੁਕਣਾ ਹੈ, ਕਿਉਂਕਿ ਸਿੱਧੂ ਮੂਸੇਵਾਲੇ ਦੇ ਮਰਡਰ ਤੋਂ ਵੀ ਬਾਅਦ ਵੀ ਜਿਹੜੇ 6-7 ਜਿਹੜੇ ਸ਼ਾਰਪ ਸ਼ੂਟਰ ਆਏ ਸੀਗੇ ਉਹ ਵੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉੱਥੋਂ ਡਿਵਾਈਡ ਹੋ ਗਏ ਸੀ, ਯਾਨੀ ਕਿ 3-4 ਅਲੱਗ ਚਲੇ ਗਏ ਸੀਗੇ। ਮਨੂ ਖੁਸਾ ਤੇ ਜਗਰੂਪ ਰੂਪਾ ਉਹ ਵੱਖ ਹੋ ਗਏ ਸੀਗੇ, ਬਾਅਦ 'ਚ ਉਹਨਾਂ ਦਾ ਇਨਕਾਊਂਟਰ ਕਰਤਾ ਸੀਗਾ ਪੰਜਾਬ ਪੁਲਿਸ ਨੇ। ਔਰ ਇਸ ਕੇਸ 'ਚ ਸਾਰੀ ਸਿਮਿਲੈਰਿਟੀਜ਼ ਹੈ। ਤੁਸੀਂ ਦੇਖੋ ਕਿ ਜਿਹੜੀ ਗੈਂਗਸਟਰ ਹੁੰਦੇ ਆ ਉਹਨਾਂ ਦੀ ਕਿਸ ਤਰ੍ਹਾਂ ਦੀ ਰਣਨੀਤੀ ਤਿਆਰ ਹੁੰਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਕੰਮ ਕਰਨਾ ਹੈ, ਤੁਸੀਂ ਪਹਿਲਾਂ ਰੈਕੀ ਕਰਨੀ ਹੈ, ਪਲੈਨਿੰਗ ਕਰਨੀ ਹੈ। ਔਰ ਇਹ ਵੀ ਗੱਲ ਜਿਹੜੀ ਸੋਰਸਿਸ ਦੱਸ ਰਹੇ ਹੈ ਕਿ ਇਹਨਾਂ ਨੂੰ ਇਹ ਵੀ ਕਿਹਾ ਗਿਆ ਸੀਗਾ ਕਿ ਉਹਨੂੰ ਭੀੜ-ਭਾੜ ਵਾਲੀ ਜਗ੍ਹਾ 'ਚ ਨਹੀਂ ਮਾਰਨਾ, ਉਹਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ ਰਸ਼ ਨਾ ਹੋਵੇ, ਲੋਕਾਂ ਨੂੰ ਜਿਹੜਾ ਹੈਗਾ ਉਹ ਜ਼ਿਆਦਾ ਰਸ਼ ਨਾ ਹੋਵੇ। ਇਸ ਕਰਕੇ ਸਵੇਰ ਦਾ ਟਾਈਮ ਜਿਹੜਾ ਹੈ ਉਹ ਸਿਲੈਕਟ ਕੀਤਾ ਗਿਆ ਸੀਗਾ। 7:15 ਵਜੇ ਉਹਦੀ ਦੁਕਾਨ ਜਦੋਂ ਖੋਲ ਰਿਹਾ ਸੀਗਾ ਪ੍ਰਦੀਪ ਡੇਰਾ ਪ੍ਰੇਮੀ, ਉਸ ਟਾਈਮ ਬਿਲਕੁਲ ਸਵਾਲ ਬਹੁਤ ਸਾਰੇ ਉੱਠਦੇ ਨੇ ਇਸ ਮਾਮਲੇ ਦੇ ਵਿੱਚ ਕਿ ਇਸ ਮਾਮਲੇ ਦਾ ਵੀ ਜੇਲ੍ਹਾਂ ਦੇ ਨਾਲ ਕਨੈਕਸ਼ਨ ਜੁੜ ਰਿਹਾ ਹੈ। ਜਦੋਂ ਇੱਕ ਇੰਨਾ ਵੱਡਾ ਕਤਲ ਹੋ ਗਿਆ ਸਿੱਧੂ ਮੂਸੇਵਾਲਾ ਦਾ, ਉਸ ਤੋਂ ਬਾਅਦ ਇਹ ਚੀਜ਼ਾਂ ਸਾਹਮਣੇ ਆਈਆਂ, ਲੇਕਿਨ ਫਿਰ ਤੋਂ ਹੁਣ ਜੇਲ੍ਹਾਂ ਦੇ ਵਿੱਚੋਂ ਇਸ ਤਰੀਕੇ ਦੇ ਨਾਲ ਸਾਜ਼ਿਸ਼ਾਂ ਅੰਜਾਮ ਦਿੱਤੀਆਂ ਜਾ ਰਹੀਆਂ ਨੇ। ਬਹੁਤ ਵੱਡੇ ਸਵਾਲ ਉੱਠਦੇ ਨੇ ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ। ਸ਼ੁਕਰੀਆ ਫਿਲਹਾਲ ਮਨੋਜ ਪੂਰੀ ਜਾਣਕਾਰੀ ਦੇ ਲਈ। ਤਾਂ ਫਰੀਦਕੋਟ ਜੇਲ੍ਹ ਕੇਂਦਰ ਬਣੀ ਹੈ ਇਸ ਸਾਜ਼ਿਸ਼ ਦਾ। ਗੈਂਗਸਟਰ ਹਰਜਿੰਦਰ ਰਾਜੂ ਜੋ ਫਰੀਦਕੋਟ ਜੇਲ੍ਹ ਦੇ ਵਿੱਚ ਬੰਦ ਹੈ, ਉਸਦੇ ਵੱਲੋਂ ਗੋਲਡੀ ਬਰਾੜ ਨੂੰ ਸ਼ੂਟਰ ਮੁਹੱਈਆ ਕਰਵਾਏ ਗਏ। 2 ਸ਼ੂਟਰ ਭੁਪਿੰਦਰ ਤੇ ਮਣੀ ਜਿਨ੍ਹਾਂ ਨੇ ਰੈਕੀ ਵੀ ਕੀਤੀ ਸੀ ਡੇਰਾ ਪ੍ਰੇਮੀ ਦੀ। ਕਿਸ ਤਰੀਕੇ ਦੇ ਨਾਲ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਤਾਂ ਉਸ ਤੋਂ ਬਾਅਦ ਇਹ ਸਾਫ਼ ਹੁੰਦਾ ਸੀ ਕਿ ਕਿਸ ਤਰੀਕੇ ਨਾਲ ਪਹਿਲਾਂ ਤੋਂ ਨਜ਼ਰ ਰੱਖੀ ਗਈ ਹੋਵੇਗੀ ਕਿ ਕਿਸ ਸਮੇਂ ਪ੍ਰਦੀਪ ਰਾਜੂ ਆਪਣੀ ਡੇਰੀ ਖੋਲਣ ਦੇ ਲਈ ਜਾਂਦਾ ਹੈ। ਤਾਂ ਕਈ ਸਾਰੇ ਵੱਡੇ ਸਵਾਲ ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਹੁਣ ਉੱਠਦੇ ਨੇ। ਡੇਰਾ ਪ੍ਰੇਮੀ ਕਤਲकांड ਤੇ ਇੱਕ ਹੋਰ ਵੱਡੀ ਖਬਰ ਹੈ। ਫਰੀਦਕੋਟ ਦੇ 2 ਸ਼ੂਟਰਾਂ ਦੇ ਬਾਰੇ ਵੱਡਾ ਖੁਲਾਸਾ ਹੋਇਆ। ਫਰੀਦਕੋਟ ਦੇ 2 ਸ਼ੂਟਰ ਸੀ, ਪੰਜਾਬ ਦੇ 2 ਸ਼ੂਟਰ ਸੀ, 4 ਹਰਿਆਣਾ ਦੇ ਸੀ, 2 ਉਹਨਾਂ ਚੋਂ ਫਰੀਦਕੋਟ ਦੇ ਸੀ। ਤਾਂ ਇਹਨਾਂ ਸ਼ੂਟਰਾਂ ਦੀ ਪਛਾਣ ਹੋ ਚੁੱਕੀ ਹੈ। ਸ਼ੂਟਰ ਭੁਪਿੰਦਰ ਤੇ ਮਨੀ ਦੀ ਪਛਾਣ ਹੋ ਚੁੱਕੀ ਹੈ। ਫਰੀਦਕੋਟ ਦੇ ਇਹ ਰਹਿਣ ਵਾਲੇ ਨੇ। ਸ਼ੂਟਰਾਂ ਦੀ ਭੁਪਿੰਦਰ ਗੋਲਡੀ ਤੇ ਮਨਪ੍ਰੀਤ ਮਨੀ ਦੇ ਵਜੋਂ ਪਛਾਣ ਹੋਈ ਹੈ। ਸ਼ੂਟਰਾਂ ਦੇ ਪਰਿਵਾਰਾਂ ਦਾ ਵੱਡਾ ਦਾਅਵਾ ਹੈ ਕਿ ਦੋਵੇਂ ਨਸ਼ੇ ਦੇ ਆਦੀ ਨੇ ਤੇ ਕਈ ਦਿਨਾਂ ਤੋਂ ਘਰ ਤੋਂ ਇਹ ਲਾਪਤਾ ਸੀ। ਸ਼ੂਟਰਾਂ ਦੇ ਘਰਾਂ ਦੇ ਉੱਤੇ ਪੁਲਿਸ ਦੇ ਵੱਲੋਂ ਛਾਪੇਮਾਰੀ ਵੀ ਕੀਤੀ ਗਈ ਸੀ, ਲੇਕਿਨ ਘਰ ਦੇ ਵਿੱਚੋਂ ਨਹੀਂ ਮਿਲੇ। ਪਰਿਵਾਰਾਂ ਦਾ ਕਹਿਣਾ ਸੀ ਕਿ ਕਈ ਦਿਨਾਂ ਤੋਂ ਘਰ ਦੇ ਵਿੱਚ ਨਹੀਂ ਨੇ। ਤਕਰੀਬਨ 5-6 ਦਿਨਾਂ ਤੋਂ ਦੋਵੇਂ ਘਰਾਂ ਤੋਂ ਗਾਇਬ ਸੀ ਤੇ ਦੋਵੇਂ ਨਸ਼ੇ ਦੇ ਆਦੀ ਦੱਸੇ ਜਾ ਰਹੇ ਨੇ। ਭੁਪਿੰਦਰ ਗੋਲਡੀ ਤੇ ਮਨਪ੍ਰੀਤ ਮਨੀ 2 ਸ਼ੂਟਰਾਂ ਦੀ ਪਛਾਣ ਹੋਈ ਹੈ। ਇਸ ਮਾਮਲੇ ਦੇ ਵਿੱਚ 3 ਸ਼ੂਟਰ ਗ੍ਰਿਫਤਾਰ ਹੋਏ ਨੇ। ਹਰਿਆਣਾ ਦੇ ਸ਼ੂਟਰ ਗ੍ਰਿਫਤਾਰ ਹੋਏ ਨੇ, 2 ਸ਼ੂਟਰ ਫਰੀਦਕੋਟ ਦੇ ਨੇ ਤੇ ਇੱਕ ਹੋਰ ਹਰਿਆਣਾ ਦਾ ਰਹਿਣ ਵਾਲਾ ਹੈ। 6 ਸ਼ੂਟਰ ਸੀ ਕੁੱਲ ਇਸ ਮਾਮਲੇ ਦੇ ਵਿੱਚ, ਇਸ ਕਤਲकांड ਦੇ ਵਿੱਚ ਸ਼ਾਮਲ। ਤੇ ਫਰੀਦਕੋਟ ਦੇ 2 ਸ਼ੂਟਰਾਂ ਦੀ ਪਛਾਣ ਹੋ ਚੁੱਕੀ ਹੈ। ਭੁਪਿੰਦਰ ਗੋਲਡੀ ਤੇ ਮਨਪ੍ਰੀਤ ਮਣੀ ਵਜੋਂ ਇਹਨਾਂ ਦੀ ਪਛਾਣ ਹੋਈ ਹੈ। ਜੋ ਗਲਤੀ ਕੀਤੀ ਉਹਨੂੰ ਗੁਨਾਹ, ਜੇ ਗੁਨਾਹ ਤੇ ਉਹਨੂੰ ਸਜ਼ਾ ਭੁਗਤੇ। ਮੈਂ ਬੇਦਖਲ ਕੀਤਾ ਜਾਦੇ ਨਹੀਂ। ਦੋਨੇ ਇਕੱਠੇ ਰਹਿੰਦੇ? ਹਾਂ, ਗੋਲਡੀ ਤੇ ਮਣੀ ਇਕੱਠੇ ਰਹਿੰਦੇ ਆ ਜੀ, ਕੰਮ ਨਹੀਂ ਕਰਦੇ, ਵਿਹਲੇ ਰਹਿੰਦੇ ਆ ਜੀ। ਤੇ ਜੇ ਮੈਂ ਕਹਿਣਾ
ਤੇ ਮੈਨੂੰ ਤਾਂ ਧੱਕਾ ਮਾਰ ਕੇ ਸਿੱਟ ਦਿੰਦਾ ਸੀ, ਮੈਂ ਬੋਲਦਾ ਨਹੀਂ। ਕਿਉਂ ਕਰਦਾ? ਕੋਈ ਨਸ਼ਾ ਕਰਦਾ ਹੈ? ਨਸ਼ਾ ਕਰਦਾ ਜੀ, ਗੋਲੀਆਂ ਵੀ ਖਾਂਦਾ, ਚਿੱਟਾ ਵੀ ਖਾਂਦਾ ਜੀ। ਕਿੰਨੇ ਦਿਨਾਂ ਤੋਂ ਘਰੇ ਨਹੀਂ ਆਪਣੇ? ਘਰੇ 5-6 ਦਿਨ ਕੋਈ ਘਰੇ ਨਹੀਂ ਆਉਂਦਾ, ਜੇ ਆਉਂਦਾ 10 ਮਿੰਟ ਆਉਂਦਾ, ਮੁੜ ਕੇ ਫੇਰ ਨਿਕਲ ਜਾਂਦੇ ਆ ਜੀ। ਉਧਰ ਇਸ ਸਭ ਦੇ ਵਿਚਾਲੇ ਰਾਮ ਰਹੀਮ ਦੇ ਡੇਰੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਡੇਰਾ ਪ੍ਰੇਮੀ ਪ੍ਰਦੀਪ ਦੇ ਕਤਲ ਤੋਂ ਬਾਅਦ ਪੁਲਿਸ ਹਰਕਤ ਦੇ ਵਿੱਚ ਆਈ ਹੈ ਤੇ ਯੂਪੀ ਦੇ ਬਾਗਪਤ ਆਸ਼ਰਮ ਜਿੱਥੇ ਰਾਮ ਰਹੀਮ ਇਸ ਵੇਲੇ ਮੌਜੂਦ ਹੈ ਉਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਆਸ਼ਰਮ ਦੇ ਬਾਹਰ ਵੱਡੀ ਗਿਣਤੀ 'ਚ ਪੁਲਿਸ ਤੈਨਾਤ ਕਰ ਰੱਖੀ ਹੈ। ਡੇਰੇ ਦੇ ਵਿੱਚ ਆਉਣ ਵਾਲੀ ਸੰਗਤ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ। ਪੰਜਾਬ ਦੇ ਵਿੱਚ ਡੇਰਾ ਪ੍ਰੇਮੀ ਦਾ ਕਤਲ ਹੋਇਆ ਹੈ, ਪ੍ਰਦੀਪ ਦਾ ਕਤਲ ਹੋਇਆ ਹੈ, ਜਿਸ ਤੋਂ ਬਾਅਦ ਹੁਣ ਰਾਮ ਰਹੀਮ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਯੂਪੀ ਦੇ ਬਾਗਪਤ ਡੇਰੇ ਦੇ ਵਿੱਚ ਇਸ ਵੇਲੇ ਰਾਮ ਰਹੀਮ ਮੌਜੂਦ ਹੈ ਤੇ ਡੇਰੇ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਮੁਲਾਜ਼ਮ ਤੈਨਾਤ ਕੀਤੇ ਗਏ ਨੇ। ਡੇਰੇ ਦੇ ਵਿੱਚ ਆਉਣ ਜਾਣ ਵਾਲੀ ਸੰਗਤ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ। ਰਾਮ ਰਹੀਮ ਦੇ ਡੇਰੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਬਾਗਪਤ ਦੇ ਵਿੱਚ ਇਸ ਵੇਲੇ ਮੌਜੂਦ ਹੈ ਰਾਮ ਰਹੀਮ ਤੇ ਡੇਰੇ ਦੇ ਬਾਹਰ ਵੱਡੀ ਗਿਣਤੀ 'ਚ ਪੁਲਿਸ ਦੇ ਸੁਰੱਖਿਆ ਮੁਲਾਜ਼ਮ ਤੈਨਾਤ ਕੀਤੇ ਗਏ ਨੇ। ਆਉਣ ਜਾਣ ਵਾਲਿਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ। ਉਧਰ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ। ਗੈਂਗਸਟਰ ਮਨਦੀਪ ਤੂਫਾਨ ਤੇ ਮਨੀ ਰਈਆ ਦਾ ਰਿਮਾਂਡ ਮਿਲਿਆ। ਲੁਧਿਆਣਾ ਪੁਲਿਸ ਨੂੰ 5 ਦਿਨ ਦਾ ਰਿਮਾਂਡ ਹਾਸਲ ਹੋਇਆ ਹੈ। ਗੋਇੰਦਵਾਲ ਜੇਲ੍ਹ ਤੋਂ ਇਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਪੁਲਿਸ ਲੈ ਕੇ ਆਈ ਹੈ। ਲੁਧਿਆਣਾ ਪੁਲਿਸ ਨੂੰ 5 ਦਿਨ ਦਾ ਰਿਮਾਂਡ ਮਿਲਿਆ ਹੈ। ਮਨਦੀਪ ਤੂਫਾਨ ਤੇ ਮਨੀ ਰਈਆ ਦੋਵਾਂ ਨੂੰ ਰਿਮਾਂਡ ਤੇ ਲਿਆਂਦਾ ਗਿਆ ਹੈ। ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਦੋਵੇਂ ਕਰੀਬੀ ਨੇ। ਦੋਵਾਂ ਨੇ ਸਿੱਧੂ ਮੂਸੇਵਾਲਾ ਦੇ ਘਰ ਦੀ ਰੈਕੀ ਕੀਤੀ ਸੀ। ਕਤਲ ਤੋਂ 5 ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦੀ ਰੈਕੀ ਕੀਤੀ ਸੀ। ਦੋਵਾਂ ਨੇ ਗੋਲਡੀ ਬਰਾੜ ਦੇ ਨਾਲ ਵੀ ਫੋਨ ਤੇ ਗੱਲਬਾਤ ਕੀਤੀ ਸੀ ਤੇ ਹੁਣ ਲੁਧਿਆਣਾ ਪੁਲਿਸ ਦੇ ਰਿਮਾਂਡ ਤੇ ਨੇ ਦੋਵੇਂ। ਮਨਦੀਪ ਤੂਫਾਨ ਤੇ ਮਨੀ ਰਈਆ ਨੂੰ ਰਿਮਾਂਡ ਤੇ ਲਿਆਂਦਾ ਗਿਆ ਹੈ। ਗੋਇੰਦਵਾਲ ਜੇਲ੍ਹ ਤੋਂ ਲੁਧਿਆਣਾ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ ਲਿਆਈ ਹੈ। ਉਧਰ ਸੁਧੀਰ ਸੂਰੀ ਕਤਲकांड ਤੇ ਵੀ ਵੱਡੀ ਖਬਰ ਹੈ। ਗੋਪਾਲ ਮੰਦਿਰ ਕਮੇਟੀ ਦੇ ਸਾਬਕਾ ਮੈਂਬਰਾਂ ਤੇ ਸ਼ੱਕ ਦੀ ਸੂਈ ਘੁੰਮ ਰਹੀ ਹੈ। FIR ਦੇ ਵਿੱਚ ਕੁਝ ਹੋਰ ਮੁਲਜ਼ਮਾਂ ਦੇ ਨਾਮ ਵੀ ਸ਼ਾਮਲ ਹੋ ਸਕਦੇ ਨੇ। ਸੁਧੀਰ ਸੂਰੀ ਕਤਲकांड ਮਾਮਲੇ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ। FIR ਦੇ ਵਿੱਚ ਕੁਝ ਹੋਰ ਮੁਲਜ਼ਮਾਂ ਦੇ ਨਾਮ ਵੀ ਸ਼ਾਮਲ ਹੋ ਸਕਦੇ ਨੇ। ਜਿਸ ਮੰਦਿਰ ਦੇ ਬਾਹਰ ਧਰਨਾ ਲਗਾਇਆ ਹੋਇਆ ਸੀ ਸੁਧੀਰ ਸੂਰੀ ਨੇ ਆਪਣੇ ਸਮਰਥਕਾਂ ਦੇ ਨਾਲ, ਉਸ ਮੰਦਿਰ ਕਮੇਟੀ ਦੇ 4 ਸਾਬਕਾ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਪੁਲਿਸ ਨੇ ਸਾਬਕਾ ਮੈਂਬਰਾਂ ਦੇ ਬਿਆਨ ਦਰਜ ਕੀਤੇ ਨੇ। ਸੂਤਰਾਂ ਮੁਤਾਬਕ ਸੰਦੀਪ ਤੋਂ ਇਲਾਵਾ ਹੋਰ ਲੋਕਾਂ ਦੇ ਵੀ ਇਸ ਕਤਲ ਦੇ ਮਾਮਲੇ 'ਚ ਸ਼ਾਮਲ ਹੋਣ ਦਾ ਸ਼ੱਕ ਹੈ। SIT ਨੂੰ ਕੁਝ ਸ਼ੱਕੀਆਂ ਦੇ ਬਾਰੇ ਵੀ ਜਾਣਕਾਰੀ ਮਿਲੀ ਹੈ। ਸ਼ੱਕੀਆਂ ਦੀ ਕਾਲ ਡਿਟੇਲ ਤੇ ਲੋਕੇਸ਼ਨ ਪੁਲਿਸ ਦੇ ਵੱਲੋਂ ਖੰਗਾਲੀ ਜਾਏਗੀ। ਧਰਨੇ ਦੌਰਾਨ ਸੂਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਇਸ ਮਾਮਲੇ ਨਾਲ ਜੁੜੀ ਵੱਡੀ ਖਬਰ ਹੈ। ਗੋਪਾਲ ਮੰਦਿਰ ਕਮੇਟੀ ਦੇ 4 ਸਾਬਕਾ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਰਾਜੀਵ ਸ਼ਰਮਾ ਸਾਡੇ ਸਹਿਯੋਗੀ ਜੁੜੇ ਨੇ। ਰਾਜੀਵ, ਕੀ ਕੁਝ ਪੂਰੀ ਜਾਣਕਾਰੀ ਤੁਹਾਡੇ ਕੋਲ? ਜੀ ਹਾਂ, ਬਿਲਕੁਲ ਅਰਸ਼ਦੀਪ, ਇਹ ਜੋ ਹੁਣ ਸ਼ੱਕ ਦੀ ਸੂਈ ਹੈ ਉਹ ਕੋਈ ਜਿਹੜੇ ਮੈਂਬਰ ਨੇ ਸਾਬਕਾ 3 ਤੋਂ 4 ਮੈਂਬਰਾਂ ਦੇ ਕੋਲੋਂ ਪੁੱਛਗਿੱਛ ਵੀ ਹੋ ਚੁੱਕੀ ਹੈ। ਕਿਉਂਕਿ ਜਦੋਂ ਇਹ ਪੂਰੀ ਘਟਨਾ ਵਾਪਰਦੀ ਹੈ ਤਾਂ ਮੈਂ ਇੱਥੇ ਇਹ ਦੱਸਣਾ ਚਾਹੁੰਦਾ ਕਿ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਸੁਧੀਰ ਸੂਰੀ ਉੱਥੇ ਸਿਰਫ ਧਰਨਾ ਦੇਣ ਦੇ ਲਈ ਪਹੁੰਚੇ ਸੀ ਜਾਂ ਕਾਰਨ ਕੋਈ ਹੋਰ ਸੀ। ਤਾਂ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਸੁਧੀਰ ਸੂਰੀ ਉੱਥੇ ਕਿਸੇ ਉਹਨਾਂ ਦੇ ਜਾਣਕਾਰ ਦੀ ਡੈਥ ਹੋਈ ਸੀ। ਉਸ ਤੋਂ ਬਾਅਦ ਜਿਹੜੀ ਰਸਮ ਕਿਰਿਆ ਕੀਤੀ ਜਾਂਦੀ ਹੈ ਮੰਦਿਰ ਗੁਰਦੁਆਰਿਆਂ ਦੇ ਵਿੱਚ, ਤਾਂ ਉਸ ਮੰਦਿਰ ਦੇ ਵਿੱਚ ਉਹ ਰਸਮ ਕਿਰਿਆ ਦੇ ਵਿੱਚ ਸ਼ਾਮਲ ਹੋਏ। ਜਿੱਦਾਂ ਹੀ ਬਾਹਰ ਨਿਕਲਦੇ ਨੇ ਤਾਂ ਇਹ ਪਤਾ ਲੱਗਦਾ ਕਿ ਉੱਥੇ ਜਿਹੜੀ ਇੱਕ ਸਮੱਗਰੀ ਹੈ ਧਾਰਮਿਕ, ਉਸ ਨੂੰ ਘੂੜੇ ਦੇ ਢੇਰ ਦੇ ਵਾਂਗ ਉੱਥੇ ਰੱਖਿਆ ਗਿਆ ਬਾਹਰ। ਤਾਂ ਉਸ ਤੋਂ ਬਾਅਦ ਤੁਰੰਤ ਉੱਥੇ ਧਰਨੇ ਦਾ ਪ੍ਰੋਗਰਾਮ ਬਣਦਾ। ਉਸ ਤੋਂ ਬਾਅਦ ਧਰਨੇ ਤੋਂ ਕੁਝ ਦੇਰ ਬਾਅਦ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਔਰ ਉਸ ਕੁਝ ਮਿੰਟ ਬਾਅਦ ਹੀ ਅਸੀਂ ਕਹਿ ਸਕਦੇ ਕਿ ਇਹ ਜਿਹੜੀ ਕਤਲकांड ਦੀ ਘਟਨਾ ਉਹ ਵਾਪਰ ਜਾਂਦੀ ਹੈ। ਤਾਂ ਇਸ ਕਰਕੇ ਇਹ ਮੰਦਿਰ ਦੇ ਬਾਹਰ ਹੀ ਸਾਰਾ ਘਟਨਾਕ੍ਰਮ ਵਾਪਰਿਆ। ਅਤੇ ਪਰਿਵਾਰ ਦਾ ਜੇਕਰ ਮੈਂ ਜ਼ਿਕਰ ਕਰਾਂ ਤਾਂ ਪਰਿਵਾਰ ਨੇ ਕੁਝ ਦਿਨ ਪਹਿਲਾਂ ਮੀਡੀਆ ਨੂੰ ਇੱਕ ਮੈਸੇਜ ਵੀ ਕੀਤਾ ਸੀ ਕਿ ਅਸੀਂ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕਰਾਂਗੇ ਕਿ ਉਸ ਦੇ ਵਿੱਚ ਇੱਕ ਹੋਰ ਸ਼ਖਸ ਜੋ ਹੈ ਉਹ ਸੰਦੀਪ ਸਿੰਘ ਦੇ ਨਾਲ ਨਜ਼ਰ ਆ ਰਿਹਾ। ਹਾਲਾਂਕਿ ਉਹ ਸ਼ਖਸ ਕੌਣ ਸੀ, ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਜਿਹੜੀ ਉਹ ਪਰਿਵਾਰ ਦੇ ਉੱਤੇ ਦਬਾਅ ਪਾ ਕੇ ਉਸ ਪ੍ਰੈਸ ਕਾਨਫਰੰਸ ਨੂੰ ਕੈਂਸਲ ਕਰਵਾ ਦਿੱਤਾ ਸੀ ਔਰ ਇਹ ਜਿਹੜੀ ਵੀਡੀਓ ਉਹਨਾਂ ਵੱਲੋਂ ਜਾਰੀ ਕੀਤੀ ਜਾਣੀ ਸੀ ਉਹ ਵੀ ਮੀਡੀਆ ਤੱਕ ਨਹੀਂ ਆਉਣ ਦਿੱਤੀ ਗਈ। ਤਾਂ ਹੁਣ ਉਸ ਵੀਡੀਓ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਪੁਲਿਸ ਵੱਲੋਂ ਅਗਲੀ ਜਿਹੜੀ ਕਾਰਵਾਈ ਉਹ ਕੀਤੀ ਜਾ ਰਹੀ ਔਰ ਕਿਹੜਾ ਉਹ ਸ਼ਖਸ ਸੀ ਜਿਸ ਬਾਰੇ ਜ਼ਿਕਰ ਕੀਤਾ ਜਾ ਰਿਹਾ ਕਿ ਉਹ ਉਸ ਵੇਲੇ ਉਸ ਸੰਦੀਪ ਦੇ ਨਾਲ ਸੀ। ਤਾਂ ਇਸ ਕਰਕੇ ਹੁਣ ਸ਼ੱਕ ਦੀ ਸੂਈ ਜ਼ਰੂਰ ਅਸੀਂ ਕਹਿ ਸਕਦੇ ਕਿ ਮੰਦਿਰ ਕਮੇਟੀ ਦੇ ਜਿਹੜੇ ਸਾਬਕਾ ਮੈਂਬਰ ਨੇ ਉਹਨਾਂ ਦੇ ਉੱਤੇ ਲਟਕਦੀ ਹੋਈ ਨਜ਼ਰ ਆ ਰਹੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਉਹਨਾਂ ਨੂੰ ਇਸ FIR ਦੇ ਵਿੱਚ ਨਾਮਜ਼ਦ ਵੀ ਕਰ ਸਕਦੀ ਹੈ। ਜੀ ਸ਼ੁਕਰੀਆ ਰਾਜੀਵ ਪੂਰੀ ਜਾਣਕਾਰੀ ਦੇ ਲਈ। ਤਾਂ ਸੁਧੀਰ ਸੂਰੀ ਕਤਲकांड ਮਾਮਲੇ ਦੀ ਲਗਾਤਾਰ ਜਾਂਚ ਹੋ ਰਹੀ ਹੈ। SIT ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਹੁਣ
ਮੰਦਿਰ ਕਮੇਟੀ ਦੇ 4 ਸਾਬਕਾ ਮੈਂਬਰਾਂ ਤੋਂ ਵੀ ਪੁੱਛਗਿੱਛ ਹੋਈ ਹੈ। ਸੂਤਰਾਂ ਮੁਤਾਬਕ ਸੰਦੀਪ ਤੋਂ ਇਲਾਵਾ ਕਈ ਹੋਰ ਲੋਕਾਂ ਦੇ ਇਸ ਕਤਲकांड ਮਾਮਲੇ 'ਚ ਸ਼ਾਮਲ ਹੋਣ ਦਾ ਸ਼ੱਕ ਹੈ। ਕਈ ਹੋਰ ਲੋਕਾਂ ਦੇ ਨਾਮ FIR 'ਚ ਜੋੜੇ ਜਾ ਸਕਦੇ ਨੇ।